हम अंदुले अंध बिखै बिखराते, क्यों चालै गुर चाली। सतगुरु गुरु रामदास जियां दा ਜਦੋਂ ਅਸੀਂ ਨਿੱਜੀ ਜੀਵਨ ਵੇਖਦੇ ਹਾਂ ਤੇ ਜੋ ਮੁੱਖ ਵਾਕ 'ਚ ਅੱਜ ਕਿਹਾ ਜਾ ਰਿਹਾ ਇਹ ਸਤਿਗੁਰੂ ਜੀ ਦੀ ਆਪਣੀ ਨਿਮਰਤਾ ਹੈ। ਦੂਜਾ ਪੱਖ ਇਹਦਾ ਵੇਖੀਏ ਤੇ ਗੁਰੂ ਜੀ ਨੇ ਜੋ ਅੱਜ ਪਾਤਰ ਸਾਡੇ ਲਈ ਸਿਰਜਿਆ, ਗੁਰੂ ਜੀ ਕਹਿ ਰਹੇ ਨੇ ਕਿ ਜਿੰਨੀ ਵੀ, ਕਿਉਂਕਿ ਇੱਥੇ ਬਹੁਵਚਨ ਪਾਠ ਹੈ, ਹਮ ਅੰਧੁਲੇ ਅੰਧ ਵਿਖੈ ਬਿਖਰਾਤੇ। ਅੰਧੁਲੇ ਦਾ ਭਾਵ ਹੁੰਦਾ ਸੰਗਤ ਜੀ ਅਗਿਆਨਤਾ ਦਾ ਜੋ ਹਨੇਰਾ ਸਾਡੇ ਅੰਦਰ ਰਹਿੰਦਾ ਤੇ ਗੁਰਮਤ ਗਿਆਨ ਦਾ ਸਾਡੇ ਕੋਲ ਚਾਨਣ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਨੇ ਅੰਧੁਲੇ ਅੰਧ, ਬਹੁਤ ਜ਼ਿਆਦਾ ਉਸ ਹਨੇਰੇ ਵਿੱਚ ਅਗਿਆਨਤਾ ਦੇ ਟੋਏ 'ਚ ਆਪਾਂ ਡਿੱਗੇ ਰਹਿੰਦੇ ਹਾਂ। ਬਿਖੈ ਬਿਖ ਰਾਤੇ, ਤੇ ਬਿਖ ਕਹਿੰਦੇ ਨੇ ਮਾਇਕ ਪਦਾਰਥਾਂ ਦੇ ਜ਼ਹਿਰ ਨੂੰ, ਤੇ ਉਸ ਬਿਖ ਰੂਪੀ ਬਿਖੈ ਵਿੱਚ ਰਾਤੇ ਉਹਨਾਂ ਦੇ ਵਿਚਕਾਰ ਅਸੀਂ ਲਵਰੇਜ ਰਹਿੰਦੇ ਹਾਂ, ਗੁੜੁੰਦ ਰਹਿੰਦੇ ਹਾਂ। ਭਾਵ ਸਾਡੀ ਸੁਰਤ ਜਿਹੜੀ ਉਹ ਕੇਵਲ ਸੰਸਾਰੀ ਪਦਾਰਥਾਂ ਵਿੱਚ ਹੀ ਰਹਿ ਕੇ ਆਪਣਾ ਸਮਾਂ ਭੋਗਦੀ ਹੈ। ਹੁਣ ਜਦੋਂ ਇਹ ਦੋ ਗੱਲਾਂ ਸਾਹਮਣੇ ਆਉਣਗੀਆਂ, ਪਹਿਲੀ ਕਿ ਅਗਿਆਨੀ ਆ, ਸਾਨੂੰ ਧਰਮ ਦੀ ਸੋਝ ਨਹੀਂ, ਇਸ ਕਰਕੇ ਅੰਨੇ ਵੀ ਆ ਤੇ ਅੰਧਲੇ ਵੀ ਆ। ਤੇ ਬਿਖੈ ਬਿਖ ਰਾਤੇ, ਸਾਡੀ ਸੁਰਤ ਹਮੇਸ਼ਾ ਸਰੀਰ ਕਰਕੇ ਵੀ ਅਸੀਂ ਮਾਇਕ ਪਦਾਰਥਾਂ ਦੇ ਭੋਗ 'ਚ ਰਹਿੰਦੇ ਹਾਂ। ਫਿਰ ਇੱਕ ਸਵਾਲ ਮਹਾਰਾਜ ਨੇ ਕੀਤਾ, ਕਿਉਂ ਚੱਲਣਾ? ਕਿਉਂ ਦਾ ਭਾਵ ਹੁੰਦਾ ਕਿਸ ਤਰ੍ਹਾਂ ਚੱਲਿਆ ਜਾਵੇ, ਤੁਰਿਆ ਜਾਵੇ। ਕਿੱਥੇ ਮਹਾਰਾਜ ਜੀ ਕਹਿੰਦੇ ਗੁਰ ਚਾਲੀ, ਗੁਰੂ ਦੀ ਚਾਲ ਦਾ ਭਾਵ ਹੈ ਗੁਰੂ ਮਰਿਆਦਾ, ਜੋ ਗੁਰਬਾਣੀ ਦੇ ਇੱਕ ਇੱਕ ਅੱਖਰ, ਇੱਕ ਇੱਕ ਤੁਕ ਦੇ ਵਿੱਚ ਸਾਡੇ ਲਈ ਗਿਆਨ ਭਰਪੂਰ ਹੈ। ਉਸ ਮਾਰਗ ਤੇ ਉਸ ਚਾਲ ਤੇ ਕਿਵੇਂ ਚਲਿਆ ਜਾਏ, ਇਹ ਪਹਿਲੀ ਪੰਕਤੀ ਦੇ ਬਚਨ ਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਫਿਰ ਅੱਗੇ ਕਹਿੰਦੇ ਨੇ, ਸਤਿਗੁਰ ਦਇਆ ਕਰੇ ਸੁਖ ਦਾਤਾ। ਅਗਿਆਨਤਾ ਦੇ ਖੂਹ ਦੇ ਵਿੱਚ ਡਿੱਗਿਆਂ ਤੇ ਮਾਇਕ ਪਦਾਰਥਾਂ ਦੇ ਭੋਗ ਦੇ ਵਿੱਚ ਪਿਆਂ ਤੇ ਜੇ ਗੁਰੂ ਤਰਸ ਕਰੇ ਸੁੱਖਾਂ ਦਾ ਦਾਤਾ, ਫਿਰ ਕੀ ਹੁੰਦਾ? ਹਮ ਲਾਵੇਂ ਆਪਣ ਪਾਲੀ। ਫਿਰ ਉਹ ਗੁਰੂ ਦਇਆ ਦੇ ਘਰ 'ਚ ਆ ਕੇ ਸਾਨੂੰ ਆਪਣੇ ਪੱਲੇ ਨਾਲ ਲਾ ਲੈਂਦਾ। ਹੁਣ ਇਹ ਸਾਰੀਆਂ ਚੀਜ਼ਾਂ ਸਥੂਲ ਨਹੀਂ ਹੈ, ਸੂਖਮ ਨੇ, ਕਿਉਂਕਿ ਗੁਰੂ ਸਰੀਰ ਕਰਕੇ ਨਹੀਂ, ਤੇ ਗੁਰੂ ਸਾਡਾ ਸ਼ਬਦ ਹੈ ਤੇ ਪੱਲਾ ਵੀ ਸ਼ਬਦ ਦਾ ਮੰਗਣਾ, ਸੰਗਤ ਦਾ ਮੰਗਣਾ, ਉਸ ਗਿਆਨ ਦਾ ਮੰਗਣਾ ਜਿਸ ਗਿਆਨ ਕਰਕੇ ਅਸੀਂ ਜ਼ਿੰਦਗੀ 'ਚ ਠੋਕਰਾਂ ਨਾ ਖਾਈਏ। ਇਹ ਦੋ ਪੰਕਤੀਆਂ ਦੇ ਆਓ ਆਪਾਂ ਥੋੜੇ ਜਿਹੀ ਵਿਚਾਰ ਨੂੰ ਕਰੀਏ। ਪਹਿਲੇ ਸਾਨੂੰ ਪੰਕਤੀਆਂ 'ਚ ਦੋ ਅੱਜ ਗੁਰੂ ਜੀ ਨੇ ਸਬਜੈਕਟ ਬਖਸ਼ੇ ਨੇ। ਪਹਿਲਾ ਹੈ ਹਮ ਅੰਧੁਲੇ ਅੰਧ ਬਿਖੈ ਬਿਖਰਾਤੇ। ਅਸੀਂ ਅੰਧੁਲੇ ਅੰਧ ਦੀ ਜਦੋਂ ਵਿਆਖਿਆ ਕਰਦੇ ਨਾ ਤੇ ਕਬੀਰ ਜੀ ਦਾ ਇੱਕ ਸ਼ਲੋਕ ਪੜ੍ਹੀਏ। ਇੱਥੇ ਅਗਿਆਨਤਾ ਰੂਪੀ ਅੰਨਿਆਂ ਦੀ ਗੱਲ ਕੀਤੀ, ਨਾ ਕਿ ਜਿਹੜੇ ਸਰੀਰ ਕਰਕੇ ਜਿਨ੍ਹਾਂ ਦੀਆਂ ਅੱਖਾਂ ਕਰਕੇ ਰੋਸ਼ਨੀ ਨਹੀਂ ਹੁੰਦੀ। ਮਹਾਰਾਜ ਨੇ ਉਹਨਾਂ ਦੇ ਪ੍ਰਥਾਇਨਕ ਬਚਨ ਉਚਾਰਿਆ। ਦੂਸਰੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਨੇ ਕਹਿੰਦੇ, ਅੰਧਾ ਕੈ ਰਾਹੇ ਦੱਸਿਆ ਅੰਧਾ ਹੋਏ ਸੋ ਜਾਏ। ਅਸੀਂ ਕੇਵਲ ਇਸ ਦੋ ਤੁਕਾਂ ਨੂੰ ਪਹਿਲਾਂ ਵਿਸਥਾਰ ਕਰਦੇ ਹਾਂ। ਕਹਿੰਦੇ ਅੰਨੇ ਬੰਦੇ ਦੇ ਰਾਹ ਨੂੰ ਉਹੀ ਤੁਰਦਾ ਜਿਹੜਾ ਖੁਦ ਅੰਨਾ ਹੋਵੇ। ਹੁਣ ਇਹਦੇ ਬਾਹਰੀ ਅਰਥ ਹੋ ਗਏ, ਪਰ ਇਹਦੇ ਭਾਵ ਅਰਥ ਕੀ ਨੇ ਕਿ ਅਗਿਆਨੀ ਬੰਦੇ ਦੇ ਦੱਸੇ ਕੰਮਾਂ ਦੇ ਉੱਤੇ ਉਹੀ ਤੁਰਦਾ ਜਿਹੜਾ ਖੁਦ ਅਗਿਆਨੀ ਹੋਵੇ। ਜਾਂ ਇਹਨੂੰ ਇੱਦਾਂ ਲੈ ਲਈਏ, ਇੱਕ ਵਹਿਮੀ ਬੰਦਾ, ਦੂਜੇ ਖਿਆਲਾਂ ਦਾ ਬੰਦਾ, ਭਰਮਾਂ 'ਚ ਪਿਆ ਬੰਦਾ, ਉਹ ਜਿਹੜਾ ਖੁਦ ਆਪ ਉਸ ਖੂਹ 'ਚ ਡਿੱਗਿਆ ਉਹ ਦੂਜੇ ਨੂੰ ਵੀ ਸੁੱਟੂਗਾ, ਤੇ ਦੂਜਾ ਵੀ ਉਹੀ ਡੁੱਬੂਗਾ ਜਿਹੜਾ ਖੁਦ ਅਗਿਆਨੀ ਹੋਵੇਗਾ ਤੇ ਵਹਿਮਾਂ ਭਰਮਾਂ ਦਾ ਸ਼ਿਕਾਰੀ ਹੋਵੇਗਾ। ਇਹਨੂੰ ਹੁਣ ਬਾਬਾ ਜੀ ਨੇ ਕਿਹਾ ਕਿ ਅੰਧਾ ਕੈ ਰਾਹੇ ਦੱਸਿਆ। ਇੱਕ ਅਗਿਆਨੀ ਬੰਦਾ, ਭਰਮੀ ਬੰਦਾ, ਕਰਮਕਾਂਡੀ ਬੰਦਾ, ਨਸ਼ਈ ਬੰਦਾ ਕਹਿ ਲੋ, ਦੁਨੀਆ ਵਿੱਚ ਬਹੁਤ ਜ਼ਿਆਦਾ, ਫਿਰ ਕਹਿ ਲਈਏ ਕਿ ਹਰ ਇੱਕ ਤਰ੍ਹਾਂ ਦੀ ਵਾਦੀ 'ਚ ਘਿਰਿਆ ਬੰਦਾ, ਜਦੋਂ ਸਾਨੂੰ ਪ੍ਰੇਰਦਾ ਤੇ ਮਗਰ ਕੌਣ ਲੱਗਦਾ? ਜਿਹਦੇ ਅੰਦਰ ਉਹ ਰਸ ਭੋਗਣ ਦੀ ਅਜੇ ਤੱਕ ਇੱਕ ਖਿਆਲਾਤ ਬਣੀ ਆ। ਹੁਣ ਮਹਾਰਾਜ ਕਹਿੰਦੇ ਅੰਧਾ ਕੈ ਰਾਹੇ ਦੱਸਿਆ ਅੰਧਾ ਹੋਏ ਸੋ ਜਾਏ। ਉਹ ਦੂਸਰਾ ਅਗਿਆਨੀ ਭਰਮੀ ਬੰਦਾ ਵੀ ਉਹਦੇ ਮਗਰ ਲੱਗ ਤੁਰਿਆ, ਪਰ ਹੋਏ ਸੁਜਾਖਾਂ ਨਾਨਕਾ ਸੋ ਕਿਉਂ ਉੱਜੜ ਪਾਏ। ਹੁਣ ਦੂਜੇ ਪਾਸੇ ਹੋਵੇ ਨਿਤਨੇਮੀ, ਗੁਰੂ ਨਾਨਕ ਦੇ ਭਰੋਸਾ ਰੱਖਣ ਵਾਲਾ, ਉਹਦੀ ਗੱਲ ਨੂੰ ਉੱਥੇ ਹੀ ਕੱਟ ਦੂਗਾ ਕਿ ਜੋ ਕੁਝ ਜ਼ਿੰਦਗੀ 'ਚ ਹੁੰਦਾ ਹੋ ਜਾਵੇ, ਪਰ ਮੈਂ ਸਤਿਗੁਰੂ ਦਾ ਦਰ ਨਹੀਂ ਛੱਡਣਾ। ਇਹਦੀ ਇਹ ਵਿਆਖਿਆ ਹੈ। ਮਹਾਰਾਜ ਸੱਚੇ ਪਿਤਾ ਨੇ ਅੱਗੇ ਕਿਰਪਾ ਕੀਤੀ। ਅੰਧੇ, ਸਤਿਗੁਰੂ ਜੀ ਕਹਿੰਦੇ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾਹੇ। ਉਹਨਾਂ ਨੂੰ ਬਿਲਕੁਲ ਅੰਨੇ ਨਾ ਕਹੋ ਜਿਨ੍ਹਾਂ ਦੇ ਮੁਖ ਦਾ ਭਾਵੇ ਇਹ ਅੱਖਾਂ ਨਹੀਂ ਜਿਨ੍ਹਾਂ ਨੂੰ ਰੱਬ ਨੇ ਦਿੱਤੀਆਂ, ਜਾਂ ਕਹਿ ਲਓ ਕਿ ਸਾਡੇ ਵਰਗੀਆਂ ਅੱਖਾਂ ਨੇ ਪਰ ਵੇਖਣ ਵਾਲੀ ਜੋਤ ਨਹੀਂ ਦਿੱਤੀ। ਮਹਾਰਾਜ ਕਹਿੰਦੇ ਅੰਨੇ ਤੇ ਉਹ ਨੇ ਜਿਨ੍ਹਾਂ ਨੂੰ ਸਭ ਕੁਝ ਦਿੱਤਾ ਪਰ ਉਹਨਾਂ ਨੂੰ ਕਦੇ ਵੇਖਣਾ ਹੀ ਨਹੀਂ ਆਇਆ। ਕੀ ਸੰਗਤ ਜੀ, ਕਿਉਂ ਚੱਲਿਆ ਗੁਰ ਚਾਲੀ? ਇਹ ਰਾਹ ਵੇਖੇ ਨਹੀਂ ਉਹਨਾਂ ਨੇ ਸਾਰੀ ਉਮਰ।
ਹੁਣ ਵੇਖੋ ਤੁਸੀਂ ਜਦੋਂ ਬਾਣੀ ਪੜ੍ਹੋਗੇ ਨਾ ਤੇ ਮਹਾਰਾਜ ਸਾਨੂੰ ਬਹੁਤ ਸੋਹਣਾ ਮਿੱਠਾ ਮਿੱਠਾ ਵੀ ਤੇ ਥੋੜਾ ਜਿਹਾ ਕੌੜਾ ਕੌੜਾ ਵੀ ਸਮਝਾ ਜਾਂਦੇ ਆ। ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਇਹ ਬਚਨ ਪੜਿਆ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਏ ਨਾਹੇ, ਅੰਧੇ ਸਈ ਨਾਨਕਾ ਖਸਮੋ ਘੁੱਥੇ ਜਾਹੇ। ਕਹਿੰਦੇ ਅੰਨੇ ਉਹ ਨੇ ਗੁਰੂ ਨਾਨਕ ਦੀ ਨਿਗਾਹ ਵਿੱਚ ਜਿਹੜੇ ਆਪਣੇ ਖਸਮ ਨੂੰ, ਗੁਰੂ ਨੂੰ ਪਛਾਣਦੇ ਨਹੀਂ, ਗੁਰੂ ਦੀ ਮਰਿਆਦਾ ਨੂੰ ਫੋਲੋ ਨਹੀਂ ਕਰਦੇ। ਹੁਣ ਇਹ 4 ਤੁਕਾਂ ਦਾ ਪਾਠ ਸੁਣਿਆ, ਕਰਦੇ ਕੀ ਆ ਆਪਾਂ? ਮਹਾਰਾਜ ਕਹਿੰਦੇ ਹਮ ਅੰਧੁਲੇ ਅੰਧ। ਕਬੀਰ ਦਾ ਇੱਕ ਬਹੁਤ ਸੋਹਣਾ ਬਚਨ ਹੈ ਜੀ ਬਾਣੀ ਅੰਦਰ। ਕਬੀਰ ਜੀ ਕਹਿੰਦੇ ਮਨ ਜਾਣਤ ਸਭ ਬਾਤ। ਹੁਣ ਸਾਨੂੰ ਸਭ ਕੁਝ ਪਤਾ ਹੈ ਨਾ, ਕੀ ਚੰਗਾ ਹੈ ਕੀ ਬੁਰਾ ਹੈ, ਕੀ ਮਹਾਰਾਜ ਸੱਚੇ ਪਿਤਾ ਰੋਕਦੇ ਆ ਤੇ ਕੀ ਕਰਨ ਨੂੰ ਕਹਿੰਦੇ ਆ, ਸਾਰਾ ਪਤਾ। ਪਰ ਗੁਰੂ ਸਾਹਿਬ ਕਹਿੰਦੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਜਾਣਦਾ ਹੋਇਆ ਵੀ ਬੰਦਾ ਔਗਣ ਕਰਦਾ। ਸਤਿਗੁਰੂ ਜੀ ਕਹਿੰਦੇ ਕਾਹੇ ਕੀ ਕੁਸਲਾਤ ਹਾਥ ਦੀਪ। ਸਾਡੇ ਹੱਥ 'ਚ ਦੀਵਾ ਏ, ਕਿਹੜਾ? ਮਹਾਰਾਜ ਦੀ ਬਾਣੀ ਦੇ ਗਿਆਨ ਦਾ ਦੀਵਾ। ਕਿ ਸਾਨੂੰ ਪਤਾ ਨਹੀਂ ਤੁਰਕੀ ਬਾਣੀ ਦਾ ਸਾਨੂੰ ਕੀ ਉਪਦੇਸ਼ ਹੈ। ਹਰ ਅਨਪੜ੍ਹ ਬੰਦੇ ਨੂੰ ਹੋ ਸਕਦਾ ਉਹ 8ਵੀਂ ਪਾਸ ਨਾ ਅੱਜ ਕਰ ਸਕੇ, 10ਵੀਂ ਪਾਸ ਨਾ ਕਰ ਸਕੇ, ਪਰ ਹਰ ਬੰਦੇ ਨੂੰ ਇਹ ਪਤਾ ਕਿ ਗੁਰਬਾਣੀ ਦਾ ਤੱਤ ਕੀ ਹੈ। ਸਾਨੂੰ ਮਹਾਰਾਜ ਸੱਚੇ ਪਿਤਾ ਜੀ ਕਿੰਨਾ ਗੱਲਾਂ ਤੋਂ ਰੋਕਦੇ ਆ ਤੇ ਕਿੰਨਾ ਗੱਲਾਂ ਨੂੰ ਪ੍ਰੇਰਦੇ ਆ, ਹਰ ਬੰਦੇ ਨੂੰ ਪਤਾ। ਕਿਉਂਕਿ ਇੱਥੇ ਤਾਂ ਪੜਿਆ ਅਨਪੜਿਆ ਪਰਮਗਤ ਪਾਵੇ ਦੀ ਗੱਲ ਗੁਰੂ ਸਾਹਿਬ ਕਰਦੇ। ਹੁਣ ਮਹਾਰਾਜ ਸੱਚੇ ਪਿਤਾ ਕਹਿੰਦੇ ਮਨ ਜਾਣ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ। ਹੱਥ ਦੇ ਵਿੱਚ ਤੇਰੇ ਕੋਲ ਬਾਣੀ ਦਾ ਪ੍ਰਕਾਸ਼ ਰੂਪੀ ਦੀਵਾ ਹੋਵੇ, ਜੋ ਗੁਰਬਾਣੀ ਇਸ ਜੱਗ ਮੈਂ ਚਾਨਣ ਹੈ। ਤੇ ਮਹਾਰਾਜ ਕਹਿੰਦੇ ਹਾਥ ਦੀਪ ਕੂਏ ਪਰੈ। ਫਿਰ ਵੀ ਤੂੰ ਜਾ ਕੇ ਵਹਿਮਾਂ ਭਰਮਾਂ ਦੇ, ਕਰਮ ਕਾਂਡਾਂ ਦੇ, ਨਸ਼ੇ ਦੇ, ਵਕਾਰਾਂ ਦੇ ਟੋਇਆਂ 'ਚ ਜਾ ਕੇ ਡਿੱਗੇ ਤੇ ਤੇਰੇ ਤੋਂ ਵੱਡਾ ਬਦਕਿਸਮਤ ਹੋਰ ਕੌਣ ਹੋ ਸਕਦਾ। ਇੱਕ ਹੋਰ ਬਹੁਤੇ ਸ਼ਲੋਕ ਅੱਜ ਬਾਬਾ ਫਰੀਦ ਤੇ ਬਾਬਾ ਕਬੀਰ ਜੀ ਦੀ ਬਾਣੀ ਦੇ ਚੱਲਣੇ ਆ, ਕਿਉਂਕਿ ਉਹਨਾਂ ਨੇ ਬਹੁਤ ਸੋਹਣੀ ਵਿਆਖਿਆ ਕੀਤੀ ਹੈ ਇਸ 2 ਅੱਖਰਾਂ ਦੀ। ਕਬੀਰ ਜੀ ਨੇ ਨਾ ਇੱਕ ਉਦਾਹਰਨ ਦਿੱਤੀ ਤੇ ਸੱਚ ਹੈ ਸੰਗਤ ਜੀ। ਵੇਖੋ ਸੰਸਾਰੀਆਂ ਆਪਾਂ, ਅਸੀਂ ਸੰਸਾਰ ਨੂੰ ਹੋਰ ਤਰੀਕੇ ਨਾਲ ਵੇਖਾਂਗੇ, ਜਿਹੜੇ ਸਾਧੂ ਸੰਤ ਹੁੰਦੇ ਨੇ ਹੋਰ ਤਰੀਕੇ ਨਾਲ ਵੇਖਦੇ ਆ। ਅਸੀਂ ਕੇਵਲ ਕੁਦਰਤ ਵਿੱਚੋਂ ਕੁਦਰਤ ਨੂੰ ਹੀ ਵੇਖ ਸਕਦੇ ਹਾਂ, ਪਰ ਬਾਬਾ ਨਾਨਕ ਤੇ ਕਹਿੰਦੇ ਕੁਦਰਤ ਬਲਿਹਾਰੀ ਕੁਦਰਤ ਵਸਿਆ। ਮਹਾਰਾਜ ਜੀ ਕੁਦਰਤ ਦੇ ਹਰ ਜਰੇ ਵਿੱਚੋਂ, ਹਰ ਪੱਤੇ ਵਿੱਚੋਂ ਮਹਾਰਾਜ ਉਸ ਪਰਮਾਤਮਾ ਨੂੰ ਵੇਖ ਕੇ ਕੀ ਕਹਿੰਦੇ ਨੇ, ਘਟ ਘਟ ਮੈਂ ਹਰ ਜੂ ਵਸੈ। ਹੁਣ ਵੇਖੋ ਨਜ਼ਰੀਆ ਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਬਾਬਾ ਕਬੀਰ ਜੀ, ਦੇਖੋ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਜੀ। ਕਬੀਰ ਜੀ ਕਹਿੰਦੇ ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਸੱਚ ਏਵੇ ਜਗਤ ਉਲੰਘਿਆ ਜਾਏ। ਕੇਵਲ ਅੰਧੁਲੇ ਅੰਧ ਦੀ ਵਿਆਖਿਆ। ਕਬੀਰ ਜੀ ਕਹਿੰਦੇ ਰੱਬ ਨੇ ਨਾ ਹਰ ਬੰਦੇ ਤੇ, ਕੋਈ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਾਲਾ ਗੋਰਾ ਮੱਝ ਕਹਿੰਦੇ ਕਿੱਥੋਂ ਦਾ ਏ ਉਹ ਵੱਖਰੀ ਗੱਲ ਏ, ਪਰ ਹਰ ਇਸ ਧਰਤੀ ਤੇ ਆਉਣ ਵਾਲੇ ਨਰ ਨਾਰੀ ਦੇ ਪੈਰਾਂ ਵਿੱਚ, ਭਾਵ ਉਹਦੇ ਜਨਮ ਤੋਂ ਲੈ ਕੇ ਮਰਨ ਤੱਕ ਉਹਦੀ ਜ਼ਿੰਦਗੀ ਵਿੱਚ ਗੁਣਾ ਦੀ ਦਾਤ ਰੱਬ ਨੇ ਖਿਲਾਰੀ ਹੋਈ ਆ। ਹੁਣ ਇਕੱਠੀ ਆਪਾਂ ਕਰਨੀ ਆ। ਗੁਰੂ ਸਾਹਿਬ ਕਹਿੰਦੇ ਮਾਰਗ ਮੋਤੀ ਵਿਥਰੇ, ਰੱਬ ਦੇ ਕੀਮਤੀ ਮੋਤੀ ਸੱਚ ਏਵੇਂ ਸਾਡੇ ਜ਼ਿੰਦਗੀ ਦੇ ਮਾਰਗ ਤੇ ਪਏ ਨੇ। ਜਿੰਨੀ ਉਮਰ ਸਾਨੂੰ ਰੱਬ ਨੇ ਦਿੱਤੀ, ਪਰ ਅੰਧਾ ਨਿਕਸਿਓ ਆਏ। ਸਾਡੇ ਕੋਲ ਧਰਮ ਦੀਆਂ ਅੱਖਾਂ ਨਾ ਹੋਣ ਕਰਕੇ, ਧਰਮ ਗ੍ਰੰਥਾਂ ਦਾ ਗਿਆਨ ਨਾ ਹੋਣ ਕਰਕੇ, ਆਪਣੇ ਗੁਰੂਆਂ ਦੇ ਉਪਦੇਸ਼ ਨੂੰ ਨਾ ਮੰਨਣ ਕਰਕੇ ਮਹਾਰਾਜ ਕਹਿੰਦੇ ਲੋਕ ਕੀ ਕਰਦੇ ਆ, ਅਸੀਂ ਅਕਸਰ ਤੁਰਦੇ ਜਾਈਏ, ਸਾਨੂੰ ਹੀਰੇ ਦੀ ਪਹਿਚਾਨ ਨਾ ਹੋਵੇ, ਜਾਂ ਸਾਡੀ ਨਿਗਾਹ 'ਚ ਕੋਈ ਚੀਜ਼ ਨਾ ਆਵੇ, ਅਸੀਂ ਉਹਨੂੰ ਪੈਰਾਂ ਥੱਲੇ ਮਿੱਧਦੇ ਜਾਵਾਂਗੇ। ਤੇ ਜਿਹਦੀ ਚੀਜ਼ ਡਿੱਗੀ ਹੋਵੇਗੀ ਉਹ ਸਾਨੂੰ ਅੱਗੇ ਕਹੂਗਾ ਜਾ ਕੇ ਮੇਰਾ ਫਲਾਣਾ ਸਮਾਂ ਡਿੱਗਿਆ ਤੂੰ ਵੇਖਿਆ ਤੇ ਨਹੀਂ, ਤੇ ਅਸੀਂ ਕਵਾਂਗੇ ਜੀ ਧਿਆਨ ਨਹੀਂ ਪਿਆ, ਤੁਸੀਂ ਚੰਗੀ ਤਰ੍ਹਾਂ ਵੇਖ ਲਓ ਜਾ ਕੇ। ਹੁਣ ਮਹਾਰਾਜ ਕਹਿੰਦੇ ਸਾਡੇ ਵੀ ਕਦਮ ਕਦਮ ਤੇ ਧਰਮ ਨੂੰ ਕਮਾਉਣ ਦਾ ਗਿਆਨ ਪਿਆ ਸੀ, ਪਰ ਸੱਚ ਏਵੇਂ ਧੁਰਕੀ ਬਾਣੀ ਦੇ ਪ੍ਰਕਾਸ਼ ਤੋਂ ਬਿਨਾਂ ਅਸੀਂ ਸਾਰਿਆਂ ਨੇ ਜਨਮ ਤੋਂ ਲੈ ਕੇ ਮਰਨ ਤੱਕ ਉਹ ਕੁਝ ਕੀਤਾ ਹੀ ਨਾ ਕਿ ਗੁਰ ਚਾਲੀ ਦੀ ਚਾਲ ਚੱਲ ਸਕਦੇ। ਅਸੀਂ ਉਹੀ ਕੁਝ ਕੀਤਾ ਕਿ ਗੁਰੂ ਦੀ ਮਰਿਆਦਾ ਇੱਕ ਪਾਸੇ ਰਹਿ ਗਈ ਤੇ ਆਪਾਂ ਇੱਕ ਪਾਸੇ ਆ ਗਏ। ਹੁਣ ਵੇਖੋ ਇਹ ਬਚਨ ਜਦੋਂ ਅਸੀਂ, ਹੋ ਸਕਦਾ ਤੁਹਾਨੂੰ ਗੱਲ ਸਮਝ ਆ ਰਹੀ ਹੋਵੇ ਕਿ ਮਾਰਗ ਮੋਤੀ ਬਿਥਰੇ ਅੰਧਾ ਨਿਕਸਿਓ ਆਏ। ਅੰਧਾ ਉਹ ਹੈ ਜਿਹਦੇ ਕੋਲ ਬਾਹਰੀ ਅੱਖਾਂ ਤੇ ਨੇ, ਪਰ ਅਗਿਆਨਤਾ ਵਿੱਚ ਇੰਨਾ ਡੁੱਬ ਚੁੱਕਾ ਕਿ ਉਹਨੂੰ ਧਰਮ ਦਾ ਰਾਹ ਹੀ ਨਹੀਂ ਚੰਗਾ ਲੱਗਦਾ ਪਿਆ, ਉਹ ਤੁਰਨਾ ਨਹੀਂ ਚਾਹੁੰਦਾ ਕਿਉਂਕਿ ਉਹਦੀ ਪਸੰਦ ਨਹੀਂ ਹੈਗੀ। ਇਹ ਇੱਕ ਬੰਦਾ 3 ਘੰਟੇ ਦੀ ਫਿਲਮ ਵੇਖ ਸਕਦਾ ਅੱਜ ਟੇਕ ਕੇ, ਕਿਉਂ ਦੇਖੋ ਉਹਦਾ ਧਿਆਨ ਅੱਗੇ ਪਿੱਛੇ ਜਾਂਦਾ। ਤੇ ਜਿਹੜਾ ਬੰਦਾ 3 ਘੰਟੇ ਦੀ ਫਿਲਮ ਵੇਖਦਾ ਉਹਨੂੰ ਪੁੱਛ ਲਿਓ ਸ਼ਾਮੀ ਕੀ ਵੇਖਿਆ, ਤੁਹਾਨੂੰ ਡਿੱਟੋ ਸੁਣਾ ਦੂਗਾ, ਸ਼ੁਰੂ 'ਚ ਇਹ ਹੋਇਆ, ਵਿੱਚ ਇਹ ਹੋਇਆ, ਐਂਡ ਉਹਦਾ ਇਹ ਸੀ। ਕਿਉਂ? ਕਾਰਨ ਕੀ ਆ? ਤੇ ਜੇ ਸਾਨੂੰ ਬਾਣੀ ਪੜ੍ਹਨੀ ਆਵੇ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਜਪਜੀ ਦਾ ਭੋਗ ਕਦੋਂ ਪੈ ਗਿਆ।
क्योंकि साडा टेस्ट नहीं वो जो बाणी बाहरों दे रही आ, असी अंदरों कूड़ दे भरे आ, असी झूठे आ रज के, असी पापी आ रज के। बाणी पवित्र है, सच है, बाणी निर्मल है, साडा जोड़ नहीं पैंदा। पर ज्यों ज्यों बाणी पढ़दे, नाम जपदे, निर्मल हुंदे जावांगे, ये ओही सुखमणी आ। फिर एक अष्टपदी पढ़ के संगत जी सच वे हुलारे लेंदे रहोगे। कल मैं रघुवीर सिंह बीर जियां दा जीवन चो कुछ पढ़दा पिया सी, सफल यात्रा नां दी एक किताब है। ते संगत जी हैरान इस गल्लों होईदा, वो कहंदे मैनूं 20-25 साल लग गए सी रब तक पहुंचण लई। ते जदों पहुंच गया सी ना मैं, कहंदे उदों अद्धा घंटा लगदा हुंदा सी। मैं अपने कम्मां काजां तो विहला होना ते जाके एकांत च बह जाना, अद्धे घंटे विच चौंकड़ा मारना ते अंबरी जाके ते उस परमात्मा नाल गल्लां। भाव कि देखो वो एक बहुत वड्डे संत फकीर होए आ। असीं जदों अभ्यास करांगे एक दिन साडे ते भी ये किरपा होवेगी। पर माफ करियो नितनेम ही धक्के नाल करदे आ, अभ्यास ते बड़ी दूर दी गल है। सतगुरु सच्चे पिता कह रहे ने अज कि हम अंधुले अंध विखै विखराते। आओ एक होर कबीर जी दा श्लोक लो, बड़ी सोहनी वो भी व्याख्या है कबीर जी दी। कबीर जी कह रहे ने एक कोठी आ ते सारी कालख दी भरी आ। हुण कालख दी भरी कोठी च जे ते तुसी कोई बाहरी जिहदियां अखां ने, जिहदे कोल जोत है, उन्नू वाड़ो, वो बड़े ध्यान नाल जाऊगा कि मैं लिबड़ ना जावां। पर जे कहंदे उन्नू अंधे नू ओथे वाड़ दिओ ते वो की करेगा, अपना मूँह भी, कपड़े भी, हथ पैर सारा लवेट, क्योंकि उन्नू पता ही नहीं है कालख दी कोठी सी। हुण कबीर साहब जी कहंदे बस इसे तरह ये संसार जिहड़ा कज्जल दी कोठी दी तरह है। भाव देखो संगत जी, हर कदम ते असी बंदा अज कर भी रहा, हर कदम ते सानू पता इत्थे पाप हो रहा, इत्थे विकार होया, भाव कालख दी भरी आ। कबीर जी कहंदे अधर्मी बंदे, अज्ञानी बंदे उस कालख दी कोठी च डिग जांदे आ, लिबड़ जांदे आ। उन्हां दे हथ पैर कर्म इंद्रे आत्मा मन तक वो लवरेज हो जांदे आ। पर कबीर कहंदे मैं उन्हां तो धन आ। आ तुक ध्यान नाल सुणियो, मैं उन्हां तो धन आ, क्योंकि जन्म ते सारिਆਂ ਨੂੰ ਲੈਣੇ ਪੈਣਾ ना। साधु भी इसे संसार ते आ रहे थे, असाधु भी इसे संसार ते। कबीर जी कहंदे उन्हां तो धन आ ਜਿਹੜੇ संसार च कज्जल दी कोठी च आए, पर जदों पता लगा आपां मैले हो लगे आ, कहंदे सच वे बाणी दा आसरा लैके उन्होंने अपने आप नूं धो लिया, भाव बच गए। हुण किवें धो लिया? देखो तुसी सारे साडे बजुर्ग आपां हुण जमदे ते ना सी गातरे पाले सी, ਜਾਂ ਨਿਤਨੇਮ ਕਰਨ ਲੱਗ ਪਏ, ਗੁਰੂ ਘਰ ਆਉਣ ਲੱਗ ਪਏ, ਦਸਵੰਧ ਕੱਢਣ ਲੱਗ ਪਏ, ਰੱਬ ਦੇ ਭੈ ਚ ਲੈਣ ਲੱਗ ਪਏ। ਕੋਈ ਤੁਹਾਨੂੰ ਕਵੇ ਕਰ ਲਾ ਤੇ ਅਸੀਂ ਕਵਾਂਗੇ ਨਹੀਂ ਯਾਰ ਬਾਣੀ ਨੇ ਕਿਹਾ ਸਾਨੂੰ ਲੇਖੇ ਦੇਣੇ ਪੈਣੇ, ਬਿਲਕੁਲ ਨਹੀਂ, ਮੈਂ ਹੱਕ ਦੀ ਖਾਵਾਂਗਾ ਭਾਵੇਂ ਕਰੋੜਾਂ ਕਮਾ ਲਾਂ। ਇਹ ਸਾਰੀਆਂ ਗੱਲਾਂ ਕਦੋਂ ਆਈਆਂ? ਜਦੋਂ ਗੁਰੂ ਨੇ ਬੌੜੀ ਕੀਤੀ। ਤੇ ਉਹਨਾਂ ਤੋਂ ਗੁਰੂ ਸੱਦ ਕੇ ਆ ਹੁਣ ਜਿਹੜੇ ਦੇਖੋ ਮੈਂ ਸਿੱਖ ਧਰਮ ਦਾ, ਤੁਸੀਂ ਸਿੱਖੀ ਨੂੰ ਫੋਲੋ ਕਰਦੇ ਹੋ, ਮੈਂ ਤਾਂ ਉਹ ਗੱਲਾਂ ਕਰਦਾ। ਮਹਾਰਾਜ ਜੀ ਦਾ ਬਚਨ ਪੜ੍ਹ ਲੈਣੇ, ਕਬੀਰ ਜਗ ਕਾਜਲ ਕੀ ਕੋਠੜੀ अंध परे तिस माहे हौं बलिहारी तिन को पैस जो निकस जाहे। कहते मैं सद के आ जेड़े वड़े ते सी। वेखो कई बजुर्ग मिलते आ, 2-2 बोतलां टकार जाते रहे कट्ठियां इक्को घंटे जी, पर अज वो नितनेम तो बिना जिंदगी नहीं जिउंदे। अज उन्होंने पता ही नहीं, शराब भाव पहला डिग गए सी, पर महाराज ने फिर बांह फड़ी, बांह पकड़ कढ़ लीने अपने ग्रहंद कूप ते माया। महाराज ने उस खूह चों कढ़ लियांदे। पहला मन जांदा सी ठेकियां वाले पासे, हुण नहीं जांदा। क्यों? क्योंकि पहला डिग गए सा, हुण महाराज ने कढ़ लियांदे। पर जेडे डिगे नहीं ना, वो हाथ दीप कूए पर है, उन्होंने ज्ञान ते है। साडे पिंड च बड़े तुरंतर पाठी होए ते बड़ा मान करदे रहे इस गल दा जी, साडे तो बड़ा ज्ञानी ही कोई नहीं। असीं तां लड़ीवार सरूपां तो पाठ कीता ते रोज़ नालियां 'च डिगदे हुंदे सी पी के। वो ज्ञान नूं की करना है आपां? उस लड़ीवार सरूप दे कीते पाठां नूं की करना है, जिस ज्ञान ने तुहानूं ये नहीं समझाण दित्ता कि खाना की ते पीना की आ। सानू समझ ही ना आई मना। हुण महाराज कहंदे हौं बलिहारी तिन को, मैं हर उस तो सद के आ, भावें जिन्हें 60 साल सारी उम्र रोलते होवन, पर सच वे जदों काटमा चढ़िया खंडे दी पोल लई ते गुरु गुरु करना शुरू करता। महाराज कहंदे मैं बलिहार जाना, मैं कदे नहीं चितारांगा इन्हें 60 साल की कीता। दुनिया बेशक कवे जी ये तो पहला कुछ करदा सी, हुण वड्डा ब्रह्म ज्ञानी बन गया, क्योंकि दुनिया नहीं बख्शदी किसे नूं। सतगुरु जी कहंदे हम अंधुले अंध विखै विखराते। संगत जी जदों असी अंधुले अंध दी होर व्याख्या करांगे ना, ते सतगुरु सच्चे पिता जी सानू ये ज्ञान देणगे कि इहदे विच रह के आपां वाहिगुरू नूं किवें वेखना। हुण ये बड़ा वड्डा सवाल है। ते जिस गुरु दा बचन है ना,
ਕਹਿੰਦੇ ਉਸ ਗੁਰੂ ਨੂੰ ਧੰਨ ਗੁਰੂ ਰਾਮਦਾਸ ਕਹੋ, ਤੇ ਜਿਹੜੇ ਅੰਧਲੇ ਅੰਧ 'ਚ ਡਿੱਗੇ ਨੇ ਉਹ ਅਗਿਆਨਤਾ ਹਨੇਰਾ ਕੱਟਿਆ ਜਾਂਦਾ। ਉਸ ਗੁਰੂ ਨੂੰ ਰਾਮਦਾਸ, ਧੰਨ ਗੁਰੂ ਰਾਮਦਾਸ ਕਿਹਾ। ਇੱਕ ਸਵਈਏ ਦੇ ਇੱਕ ਪੰਕਤੀ ਅਸੀਂ ਪੜ੍ਹਦੇ ਹਾਂ ਤੇ ਉੱਥੇ ਮਹਾਰਾਜ ਜੀ ਕਹਿੰਦੇ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਨੈਣ ਕੇ ਤਿਮਰ ਹੁੰਦਾ ਅਗਿਆਨਤਾ ਦੇ ਸੌਰ ਕੱਟਦੇ ਨੇ, ਤੇ ਬੜਿਆਂ ਦੇ ਮਹਾਰਾਜ ਨੇ ਸਰੀਰ ਹਯਾਤੀ 'ਚ ਵੀ ਕੱਢੇ ਤੇ ਅੱਜ ਵੀ ਕੱਢਦੇ ਆ। ਤੇ ਫਿਰ ਉਹੀ ਨੇਤਰਾਂ ਪਰਥਾਏ ਬਾਣੀ ਕਹਿੰਦੀ ਆ, ਨੇਤਰ ਪੁਨੀਤ ਭਏ ਦਰਸ਼ ਪੇਖੇ। ਸੱਚ ਇਵੇਂ ਜਦੋਂ ਇਹਨਾਂ ਨੇਤਰਾਂ ਨੇ ਜਪਜੀ ਦੇ ਦਰਸ਼ਨ ਕਰਨੇ ਸ਼ੁਰੂ ਕੀਤੇ, ਇਹ ਨੇਤਰ ਪੁਨੀਤ ਹੋ ਗਏ। ਸਾਧ ਸੰਗਤ, ਸਤਿਗੁਰੂ ਸੱਚੇ ਪਿਤਾ ਦਾ ਇੱਕ ਬਚਨ ਹੈ ਕਿ ਨਾਨਕ ਸਾ ਅਖੜੀਆਂ ਬਿਆਨ ਜਿੰਨੀ ਦਿਸਿੰਦੋ ਮਾਂ ਪਿਰੀ। ਦੇਖੋ ਅੱਜ ਬੜੇ ਡੇਰੇ ਆ, ਤੁਹਾਨੂੰ ਕਹਿਣਗੇ ਆਓ ਦਰਸ਼ਨ ਕਰਾ ਦਈਏ ਰੱਬ ਦੇ, ਪਰ ਧੁਰ ਕੀ ਬਾਣੀ ਕਹਿੰਦੀ ਕਿ ਰੱਬ ਤੇ ਇਹਨਾਂ ਅੱਖਾਂ ਦਾ ਵਿਸ਼ਾ ਹੀ ਨਹੀਂ ਹੈਗਾ। ਪਿਛਲੇ ਵਾਰੀ ਇੱਕ ਵਾਰੀ ਮੈਨੂੰ ਮਾਤਾ ਜੀ ਨੇ ਪੁੱਛਿਆ ਅਗੋਚਰ ਸ਼ਬਦ ਦੇ ਅਰਥ ਕੀ ਹੁੰਦੇ ਨੇ, ਤੇ ਸੰਗਤ ਜੀ ਐੜਾ ਵੱਖਰਾ ਕਰ ਦਿਓ ਤੇ ਗੋਚਰ ਵੱਖਰਾ ਕਰ ਦਿਓ। ਮਸ਼ਕੀਨ ਜੀ ਇੱਕ ਸ਼ਬਦ ਵਰਤਦੇ ਹੁੰਦੇ ਸੀ ਆਪਣੀ ਕਥਾ 'ਚ ਕਿ ਧਿਆਨ ਗੋਚਰੇ ਕਰੋ, ਕਿ ਭਾਵ ਕਿ ਮੇਰੀ ਕਥਾ ਵੱਲ ਧਿਆਨ ਦਿਓ। ਹੁਣ ਗੋਚਰ ਸ਼ਬਦ ਹੁੰਦਾ ਵੇਖਣਾ, ਤੇ ਅਗੋਚਰ ਸ਼ਬਦ ਲੱਗ ਗਿਆ ਜਿਹੜਾ ਪਰਮਾਤਮਾ ਇੰਦਰੀਆਂ ਤੋਂ ਪਰੇ ਦਾ ਵਿਸ਼ਾ, ਉਹਨੂੰ ਅਸੀਂ ਇੰਦਰੀਆਂ ਰਾਹੀਂ ਕਿਵੇਂ ਦੇਖ ਸਕਦੇ ਹਾਂ। ਇਹ ਕਿਵੇਂ ਦਾਵਾ ਕਰਦੇ ਨੇ ਕਿ ਆਓ ਤੁਹਾਨੂੰ ਰੱਬ ਵਿਖਾਈਏ। ਮਹਾਰਾਜ ਕਹਿੰਦੇ ਅੱਖਾਂ ਵੇਖ ਹੀ ਨਹੀਂ ਸਕਦੀਆਂ ਉਸ ਰੱਬ ਨੂੰ। ਜਿਸ ਰੱਬ ਨੂੰ ਵੇਖਣਾ ਉਹ ਅੱਖਾਂ ਸੁਰਤ ਦੀਆਂ ਅੱਖਾਂ ਨੇ। ਹੁਣ ਇੱਕ ਬਚਨ ਨੇ ਦੇਖੋ, ਮਹਾਰਾਜ ਕਹਿੰਦੇ ਅੱਖੀ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ। ਤੁਸੀਂ ਕਹੋਗੇ ਅੱਖਾਂ ਤੋਂ ਬਿਨਾਂ ਤੇ ਨਾ ਸੰਸਾਰ ਵੇਖਿਆ ਜਾਂਦਾ ਤੇ ਨਾ ਭਗਵਾਨ ਵੇਖਿਆ ਜਾਂਦਾ। ਮਹਾਰਾਜ ਕਹਿੰਦੇ ਕੰਨਾਂ ਤੋਂ ਬਿਨਾਂ ਸੁਣ। ਤੁਸੀਂ ਕਹੋਗੇ ਕੰਨਾਂ ਤੋਂ ਬਿਨਾਂ ਤੇ ਨਾ ਘਰ ਦੀ ਗੱਲ ਸੁਣਾਉਣੀ ਆ ਤੇ ਨਾ ਬਾਣੀ ਦੀ ਤੁਕ ਸੁਣਾਉਣੀ ਆ। ਮਹਾਰਾਜ ਜੀ ਰਮਜ ਕੀ ਪਾਤੀ। ਗੁਰੂ ਸਾਹਿਬ ਕਹਿੰਦੇ ਅੱਖੀ ਬਾਝੋਂ ਵੇਖਣਾ ਇਹ ਹੈ ਕਿ ਅੱਖਾਂ ਨਾਲ ਮੰਦਾ ਨਾ ਵੇਖ, ਅੱਖਾਂ ਨਾਲ ਕੇਵਲ ਸੰਸਾਰ ਨਾ ਵੇਖ, ਸੰਸਾਰ ਜਿਹਨੇ ਬਣਾਇਆ ਸੰਸਾਰ 'ਚ ਵਸਦੇ ਰੱਬ ਨੂੰ ਵੇਖ। ਅੱਖਾਂ ਤੋਂ ਬਿਨਾਂ ਵੇਖਣਾ ਹੈ ਕਿ ਧੁਰ ਕੀ ਬਾਣੀ ਪੜ੍ਹ ਇਹਨਾਂ ਅੱਖਾਂ ਨਾਲ, ਪਰ ਇਹਨਾਂ ਅੱਖਾਂ ਨਾਲ ਪੜ੍ਹਦਿਆਂ ਇੱਕ ਦਿਨ ਸੁਰਤ ਦੀਆਂ ਅੱਖਾਂ ਖੋਲ ਕੇ ਉਸ ਗੁਰੂ ਨਾਨਕ ਦੇ ਦੀਦਾਰੇ ਕਰ ਲੈ। ਨਾਨਕ ਸਾ ਅਖੜੀਆਂ ਬਿਆਨ ਜਿੰਨੀ ਦਿਸਿੰਦੋ ਮਾਂ ਪਿਰੀ। ਸੋ ਸਮਾਂ ਬਹੁਤ ਨਿਕਲ ਜਾਂਦਾ ਹੈ। ਅੱਗੇ ਸ਼ਬਦ ਸੀ ਬਿਖੈ ਬਿਖ ਰਾਤੇ। ਇੱਥੇ ਹੁਣ ਥੋੜਾ ਜਿਹਾ ਰੁਕੀਏ। ਇੱਕ ਘਟਨਾ ਮੈਨੂੰ ਯਾਦ ਆਈ, ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ 'ਚ ਹੈ, ਅੰਧਲੇ ਅੰਧ। ਤੇ ਇੱਕ ਚੀਜ਼ ਨਾ ਇੱਥੇ ਤੁਸੀਂ ਧਿਆਨ ਦਿਓ। ਕਈ ਵਾਰੀ ਕੀ ਹੁੰਦਾ ਕਿ ਚਲੋ ਬੰਦਾ ਧਰਮੀ ਆ, ਬੰਦੇ ਨੂੰ ਸਮਝ ਨਹੀਂ ਕਿ ਧਰਮ 'ਚ ਕੀ ਹੈ, ਕੀ ਕਰਨਾ ਕੀ ਨਹੀਂ, ਹੈ ਨਾ। ਇੱਕ ਚੀਜ਼ ਹੋਰ ਵੇਖੋ ਕਿ ਇੱਕ ਬੰਦਾ ਧਰਮੀ ਹੋ ਕੇ ਵੀ ਪਖੰਡੀ ਆ, ਧਰਮੀ ਹੋ ਕੇ ਵੀ ਕਰਮਕਾਂਡੀ ਆ, ਧਰਮੀ ਹੋ ਕੇ ਵੀ ਨਸ਼ੇ ਕਰਦਾ ਪਿਆ, ਧਰਮੀ ਹੋ ਕੇ ਵੀ ਵੱਲ ਫਰੇਵੇ, ਧਰਮੀ ਹੋ ਕੇ ਵੀ ਉਹ ਕੁਝ ਕਰਦਾ ਜਿਹੜਾ ਅਧਰਮੀ ਹੋ ਕੇ ਬੰਦਾ ਕਰ ਰਿਹਾ। ਫਿਰ ਫਰਕ ਕੀ ਹੋਇਆ? ਹੁਣ ਗੁਰੂ ਸਾਹਿਬ ਜੀ ਨੇ ਨਾ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਧਰਮੀ ਬੰਨਾ ਸੀ ਵਹਿਮਾਂ ਭਰਮਾਂ ਤੋਂ ਛੁਟਕਾਰਾ ਪਾਉਣ ਲਈ, ਬੰਦਾ ਧਰਮੀ ਹੋ ਕੇ ਵੀ ਅਗਿਆਨਤਾ ਦੇ ਖੂਹ 'ਚ ਡਿੱਗਾ ਰਿਹਾ। ਉਦਾਹਰਨ ਸੁਣਿਓ, ਗੁਰੂ ਅਰਜਨ ਦੇ ਪਿਤਾ ਦਾ ਵੇਲਾ, ਇੱਕ ਪੰਡਿਤ ਆਇਆ ਕਾਂਸੀ ਤੋਂ ਚੱਲ ਕੇ, ਤੇ ਮਹਾਰਾਜ ਨਾ ਕਿਸੇ ਦਾ ਨਿਰਾਦਰ ਨਹੀਂ ਕਰਦੇ ਰਹੇ। ਨਾ ਮਹਾਰਾਜ ਨੇ ਕਿਸੇ ਧਰਮ ਗ੍ਰੰਥ ਬਾਰੇ ਮਾੜਾ ਬੋਲਿਆ ਤੇ ਨਾ ਕਿਸੇ ਜਾਤ ਧਰਮ ਬਾਰੇ। ਹਾਂ, ਹਰ ਪਖੰਡ ਖਿਲਾਫ ਮਹਾਰਾਜ ਨੇ ਉਂਗਲ ਜ਼ਰੂਰ ਚੁੱਕੀ ਆ। ਉਸ ਪੰਡਿਤ ਨੇ ਰੋਜ਼ ਕਥਾ ਕਰਿਆ ਕਰਨੀ ਵਿਦਾਂਤ ਦੀ, ਆਪਣੀ ਪੋਥੀਆਂ ਦੀ, ਤੇ ਖੁਦ ਗੁਰੂ ਅਰਜਨ ਦੇ ਪਿਤਾ ਸੰਗਤ 'ਚ ਬਹਿ ਕੇ ਸੁਣਦੇ ਰਹੇ। ਦੋ ਭਾਗ ਨੇ ਜੀ ਕਥਾ ਪੁਰਾਤਨ ਇਉਂ ਸੁਣੀ। ਪ੍ਰਿੰਸੀਪਲ ਸਤਵੀਰ ਸਿੰਘ ਦੇ ਉਹਨਾਂ ਨੇ ਇਹ ਗੱਲ ਨੂੰ ਕੋਟ ਕੀਤਾ। ਕਹਿੰਦੇ ਕਿ ਜਦੋਂ ਕਥਾ ਸੁਣਨੀ ਨਾ ਤੇ ਸਮਾਪਤੀ ਹੋਈ, ਧਰਮ ਗ੍ਰੰਥ ਦੀ ਕਥਾ ਦੀ ਸਮਾਪਤੀ, ਤੇ ਮਹਾਰਾਜ ਕਹਿੰਦੇ ਬੜਾ ਰਸ ਬਣਿਆ, ਬਹੁਤ ਧੰਨ ਦਿੱਤਾ ਮਹਾਰਾਜ ਨੇ। ਕਹਿੰਦੇ ਕਿ ਮੇਰੇ ਸਿੱਖਾਂ ਨੂੰ ਜਿੱਥੇ ਧੁਰ ਕੀ ਬਾਣੀ ਦਾ ਗਿਆਨ ਹੋਵੇ ਉੱਥੇ ਦੂਜੇ ਧਰਮਾਂ ਦੇ ਗ੍ਰੰਥਾਂ ਦਾ ਵੀ ਗਿਆਨ ਹੋਣਾ ਚਾਹੀਦਾ। ਤੁਸੀਂ ਹੋਰ ਪੋਥੀਆਂ ਲੈ ਕੇ ਆਓ ਤੇ ਉਹਦੀ ਵੀ ਵਿਆਖਿਆ ਕਰੋ। ਤੇ ਪੰਡਿਤ ਜੀ ਕਹਿਣ ਲੱਗੇ ਜੀ ਉਹ ਪੋਥੀਆਂ ਤੇ ਕਾਂਸੀ ਪਈਆਂ, ਮੈਨੂੰ ਉੱਥੇ ਜਾਣੇ ਪੈਣਾ ਤੇ ਖਰਚਾ ਬੜਾ ਹੋਣਾ, ਪੁਰਾਣੇ ਸਮੇਂ ਸੀ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਤੁਹਾਨੂੰ ਅਸੀਂ 500 ਰੁਪਇਆ ਦਿੰਨੇ ਆ, ਹੋਰ ਜੋ ਵੀ ਤੁਹਾਨੂੰ ਖਰਚ ਚਾਹੀਦਾ ਤੇ ਤੁਸੀਂ ਜਾ ਕੇ ਪੋਥੀਆਂ ਲੈ ਆਓ। ਤੇ ਉਹ ਕਹਿਣ ਲੱਗਾ ਜੀ ਇਦਾਂ ਨਹੀਂ ਮੈਂ ਜਾ ਸਕਦਾ, ਮੈਨੂੰ ਲਗਨ ਸੋਧਣੇ ਪੈਣੇ ਆ, ਮਹੂਰਤ ਕੱਢਣੇ ਪੈਣਾ, ਬਿਨਾਂ ਮਹੂਰਤ ਕੱਢੇ ਮੈਂ ਜਾ ਨਹੀਂ ਸਕਦਾ। ਮਹਾਰਾਜ ਕਹਿੰਦੇ ਤੁਸੀਂ ਮਹੂਰਤ ਕੱਢ ਲਓ, ਜਦੋਂ ਤੁਹਾਨੂੰ ਲੱਗੇ ਤੁਹਾਡੇ ਟੇਵੇਂ ਰਲ ਗਿਆ ਤੇ ਫਿਰ ਤੁਸੀਂ ਪੋਥੀਆਂ ਲਿਆਇਓ। ਹੁਣ ਸੰਗਤ ਜੀ ਕੁਝ ਦਿਨ ਪਏ, ਇਹਨੇ ਮਹੂਰਤ ਕੱਢ ਲਿਆ ਜੀ ਇਹ ਦਿਨ ਠੀਕ, ਇੰਨੇ ਕੁ ਵਜੇ ਤੁਰ ਪਾਂਗਾ। ਮਹਾਰਾਜ ਕੋਲ ਆਇਆ, ਸਤਿਗੁਰੂ ਜੀ ਮੈਂ ਹੁਣ ਜਾਣਾ ਚਾਹੁੰਦਾ, ਮੇਰੇ ਧਰਮ ਗ੍ਰੰਥਾਂ ਦੇ ਮੁਤਾਬਕ ਜੋ ਵੀ ਹੈ ਤੇ ਇਹ ਮੈਂ ਮਹੂਰਤ ਕੱਢਿਆ, ਇੰਨੇ ਕੁ ਵਜੇ ਮੈਂ ਤੁਰ ਪਾਂਗਾ ਅੰਮ੍ਰਿਤਸਰ ਤੋਂ ਕਾਂਸੀ ਵੱਲ। ਗੁਰੂ ਸਾਹਿਬ ਨੇ ਕਿਹਾ ਸਿੰਘੋ ਇਹਨੂੰ ਦਿਓ ਪੈਸੇ। 500 ਰੁਪਇਆ ਦਿੱਤਾ, ਸਾਜੋ ਸਮਾਨ ਜੋ ਵੀ ਰਾਹ 'ਚ ਤੈਨੂੰ ਲੋੜ ਹੈ ਲੈ ਜਾ। ਕਹਿੰਦੇ ਅੰਮ੍ਰਿਤਸਰ ਦੇ ਸ਼ਹਿਰ 'ਚ ਹੀ ਬੜਿਆ ਤੇ ਵਾਪਸ ਆ ਗਿਆ। ਉੱਥੋਂ ਹੀ ਹਮ ਅੰਧੁਲੇ ਅੰਧ ਦੀ ਵਿਆਖਿਆ ਕੀ ਹੈ। ਕਹਿੰਦੇ ਵਾਪਸ ਆਇਆ, ਮਹਾਰਾਜ ਕਹਿੰਦੇ ਕੀ ਗੱਲ ਤੂੰ ਗਿਆ ਨਹੀਂ?
ਕਹਿੰਦਾ ਮਹਾਰਾਜ ਜੀ ਖੋਤਾ ਹੀਂਗ ਪਿਆ, ਮੇਰੇ ਤੇ ਸਾਰੇ ਲਗਨ ਹੀ ਭ੍ਰਿਸ਼ਟੇ ਗਏ। ਮਹਾਰਾਜ ਜੀ ਕਹਿੰਦੇ ਕਮਾਲ ਹੋ ਗਈ, ਤੂੰ ਕਈ ਦਿਨ ਲਾ ਕੇ ਟੇਵੇਂ ਰਲਾਉਂਦਾ ਰਿਹਾ, ਮਹੂਰਤ ਕੱਢਦਾ ਰਿਹਾ। ਕਹਿੰਦੇ ਮੈਨੂੰ ਇਹ ਦੱਸ, ਤੇਰੇ ਮਹੂਰਤ ਵੱਡੇ ਕਿ ਖੋਤੇ ਦਾ ਹੀਂਗਣਾ ਵੱਡਾ ਹੋਇਆ? ਫਿਰ ਤੇ ਖੋਤੇ ਦਾ ਧਰਮ ਵੱਡਾ ਹੋਇਆ ਨਾ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ ਨੂੰ ਇਦਾਂ ਦੇ ਨਹੀਂ ਬਣਾਏ। ਗੁਰੂ ਸਾਹਿਬ ਨੇ ਇੱਕ ਨਾ ਗੱਲ ਧਿਆਨ ਨਾਲ ਸੁਣਿਓ, ਕਿਉਂਕਿ ਕਈ ਵਾਰੀ ਕੀ ਹੁੰਦਾ, ਸਾਡੇ ਧਰਮ ਗ੍ਰੰਥਾਂ ਦਾ ਕਹਿ ਲਓ ਤੇ ਜਾਂ ਸਾਡੇ ਜੋ ਧਰਮ ਇਤਿਹਾਸਕ ਸਰੋਤ ਨੇ, ਉਹਨਾਂ ਦਾ ਇੱਕ ਬੜਾ ਵੱਡਾ ਇਹ ਨਖੇਧ ਰਿਹਾ ਕਿ ਅਸੀਂ ਨਾ ਨਾਮ ਪ੍ਰੋਪਰ ਲਿਖ ਸਕੇ, ਨਾ ਤਰੀਕਾ ਪ੍ਰੋਪਰ ਲਿਖ ਸਕੇ, ਤੇ ਨਾ ਇਤਿਹਾਸ ਨੂੰ ਉਨਾ ਸਾਂਭਿਆ, ਜਿਹਦੇ ਕਰਕੇ ਕਈ ਵਾਰੀ ਨਾਵਾਂ ਦਾ ਬਦਲ ਹੋ ਜਾਂਦਾ ਤੇ ਕੋਈ ਸਾਖੀਕਾਰੇ ਘਟਨਾ ਨੂੰ ਹੋਰ ਤਰੀਕੇ ਨਾਲ ਸੁਣਾ ਜੂਗਾ। ਪਰ ਮੈਨੂੰ ਹੁੰਦਾ ਸੀ ਤੱਤ ਉਹਦੇ ਵਿੱਚੋਂ ਲੈ ਲਈਏ ਕਿ ਅਸਲ 'ਚ ਇਹ ਸਾਖੀ ਸਾਨੂੰ ਸਮਝਾ ਕੀ ਰਹੀ ਆ। ਹੁਣ ਮਹਾਰਾਜ ਨੇ ਨਾ ਉੱਥੇ ਭਾਈ ਪੈੜਾ ਜੀ ਨੂੰ ਆਵਾਜ਼ ਮਾਰੀ, ਕਿਸੇ ਨੇ ਭਾਈ ਬੰਨੋ ਦਾ ਵੀ ਜ਼ਿਕਰ ਕੀਤਾ। ਭਾਈ ਪੈੜਾ ਜੀ ਆਏ, ਮਹਾਰਾਜ ਜੀ ਕਹਿੰਦੇ ਤੁਸੀਂ ਇਦਾਂ ਕਰੋ, ਸੰਗਲਾ ਦੀਪ ਦੀ ਧਰਤੀ ਜਾਓ, ਜਿੱਥੇ ਗੁਰੂ ਨਾਨਕ ਜੀ ਨੇ ਉੱਥੇ ਸ਼ਿਵਨਾਵ ਰਾਜੇ ਨੂੰ ਜਿਹੜਾ ਸੀ ਉਹ ਆਪ ਜਾ ਕੇ ਨਿਵਾਜਿਆ ਸੀ। ਉੱਥੇ ਨਾ ਮਹਾਰਾਜ ਜੀ ਦੀ ਮੰਨਿਆ ਜਾਂਦਾ ਕਿ ਇੱਕ ਪ੍ਰਾਣ ਸੰਗਲੀ ਗ੍ਰੰਥ ਰੂਪੀ ਪੋਥੀ ਪਈ ਆ, ਜਿਹਦੀ ਚਰਚਾ ਉਸ ਰਾਜੇ ਨਾਲ ਕੀਤੀ ਸੀ। ਬਹੁਤ ਵੱਡਾ ਇਹ ਭਾਰੀ ਪੋਥੀ ਸੀ। ਭਾਈ ਪੈੜਾ ਜੀ ਨੂੰ ਮਹਾਰਾਜ ਕਹਿੰਦੇ ਤੁਸੀਂ ਲੈ ਕੇ ਆਓ। ਉਹ ਕਹਿੰਦਾ ਮਹਾਰਾਜ ਜੀ 7 ਵਚਨ। ਗੁਰੂ ਸਾਹਿਬ ਕਹਿੰਦੇ ਕਿੰਨੀ ਖਰਚੀ ਦਈਏ? ਵੇਖੋ ਸੰਗਲਾ ਦੀਪ ਹਿੰਦੁਸਤਾਨ ਤੋਂ ਵੱਖਰਾ ਟਾਪੂ ਆ, ਜਿਹਨੂੰ ਸ਼੍ਰੀਲੰਕਾ ਅੱਜ ਕਹਿੰਦੇ ਆ, ਤੇ ਕਾਂਸੀ ਬਨਾਸ ਤਾਂ ਹਿੰਦੁਸਤਾਨ 'ਚ ਹੀ ਆ। ਉਹ ਕਹਿੰਦਾ ਮਹਾਰਾਜ ਜੀ ਤੁਹਾਡਾ ਆਸ਼ੀਰਵਾਦ ਚਾਹੀਦਾ, ਬਾਕੀ ਗੁਰੂ ਸਾਹਿਬ ਆਪ ਹੀ ਕਿਰਪਾ ਕਰ ਦੇਣਗੇ। ਮਹਾਰਾਜ ਨੇ ਜੀ 5 ਰੁਪਏ ਦਿੱਤੇ, ਉਹਨੂੰ 500 ਦਿੱਤਾ ਸੀ, ਅੰਮ੍ਰਿਤਸਰ ਨਾ ਟੱਪਿਆ, ਇਹਨੂੰ 5 ਰੁਪਏ ਦਿੱਤੇ। ਮਹਾਰਾਜ ਦਾ ਆਸ਼ੀਰਵਾਦ ਲਿਆ, ਥਾਪੜਾ ਲਿਆ ਤੇ ਸੰਗਲਾ ਦੀਪ ਚਲਾ ਗਿਆ। ਕੁਝ ਦਿਨ ਪਏ। ਇੱਕ ਗੱਲ ਹੋਰ ਸੁਣੋ, ਸੰਗਲਾ ਦੀਪ ਉਸ ਸਮੇਂ ਇੱਕ ਔਰਤ ਦਾ ਰਾਜ ਸੀ। ਤੇ ਸੰਗਤ ਜੀ ਉਹ ਥਾਂ ਹੈ ਜਿੱਥੇ ਜਾਦੂਗਰਨੀਆਂ ਦਾ ਬਹੁਤ ਵੱਡਾ ਡਰ ਹੈ, ਬਹੁਤ ਵੱਡਾ। ਇਹ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਮਾਧੋ ਦਾਸ ਵਿਰਾਗੀ ਸੀ ਨਾ, ਉਹਨਾਂ ਦੇ ਅੱਗੇ ਗੁਰੂ ਦੀ ਗੱਲ ਕਰਦੇ ਆ, ਤੇ ਉਹਨੇ ਵੀ ਆਪਣਾ ਜਿਸਮ ਗੁਫਾ 'ਚ ਰੱਖ ਕੇ ਤੇ ਰਾਜੇ ਦੇ ਸਰੀਰ ਨੂੰ ਆਪਣਾ ਪਾ ਕੇ ਤੇ ਕਈ ਸਾਲ ਵਿਸ਼ੇ ਭੋਗਦਾ ਰਿਹਾ ਸੀ। ਇਹ ਬਹੁਤ ਕੁਝ ਚੱਲਦਾ। ਹੁਣ ਮਹਾਰਾਜ ਕਹਿੰਦੇ ਉੱਥੇ ਜੰਤਰ ਮੰਤਰ ਟੂਣੇ ਟਾਣੇ ਬਹੁਤ ਕੁਝ ਹੋਵੇ ਕਰਦੀਆਂ ਉਹ ਬੀਬੀਆਂ, ਪਰ ਤੇਰੇ ਤੇ ਅਸਰ ਨਹੀਂ ਹੋਵੇਗਾ, ਤੇਰੇ ਤੇ ਗੁਰੂ ਨਾਨਕ ਦੇ ਸ਼ਬਦ ਦਾ ਪਹਿਰਾ ਹੋਵੇਗਾ। ਸੰਗਤ ਜੀ ਗਏ, ਉਹਨਾਂ ਨੇ ਬਹੁਤ ਕੁਝ ਕੀਤਾ ਕਿ ਇਹਨੂੰ ਕਿਸੇ ਤਰੀਕੇ ਨਾਲ ਛਲ ਲਈਏ, ਜਿਵੇਂ ਨੂਰਾ ਸ਼ਾਹ ਜਾਦੂਗਰਨੀ ਕਰਦੀ ਸੀ। ਪਰ ਗੁਰੂ ਦਾ ਸਿੱਖ ਸੀ, ਬਾਣੀ ਦਾ ਪਹਿਰਾ ਸੀ, ਮਹਾਰਾਜ ਦਾ ਥਾਪੜਾ ਸੀ। ਆਖਿਰਕਾਰ ਜਦੋਂ ਥੱਕ ਹਾਰ ਗਈਆਂ ਨਾ, ਉਹ ਕਹਿੰਦੀਆਂ ਕਿਵੇਂ ਆਇਆ ਮੇਰੇ ਰਾਜ 'ਚ? ਕਹਿੰਦਾ ਮੈਂ ਸੇਖਾ ਬਾਬੇ ਨਾਨਕ ਦਾ, ਤੇ ਮੇਰੇ ਸਤਿਗੁਰੂ ਇੱਥੇ ਆਏ ਸੀ, ਪੰਚਮ ਪਿਤਾ ਨੇ ਭੇਜਿਆ, ਪ੍ਰਾਣ ਸੰਗਲੀ ਦੀ ਸਾਨੂੰ ਪੋਥੀ ਦਿਓ, ਕਿਉਂਕਿ ਸਾਡੇ ਗੁਰੂ ਜੀ ਇੱਕ ਗ੍ਰੰਥ ਤਿਆਰ ਕਰ ਰਹੇ ਆ, ਤੇ ਉਹ ਸਾਰੀ ਬਾਣੀ ਇਕੱਠੀ ਕੀਤੀ ਜਾ ਰਹੀ ਆ, ਜਿੱਥੇ ਜਿੱਥੇ ਬਾਣੀ ਪਈ ਆ, ਤੇ ਜੋ ਗੁਰਮਤ ਦੇ ਅਨੁਕੂਲ ਆ ਉਹਦੀ ਪੋਥੀ ਤਿਆਰ ਕਰਨੀ ਆ। ਮਹਾਰਾਜ ਨੇ ਕਹਿੰਦੇ ਕਿ ਚਲੋ ਇਹ ਪੋਥੀ ਲੈ ਕੇ ਤੇ ਅੰਮ੍ਰਿਤਸਰ ਦੀ ਧਰਤੀ ਤੇ ਆਏ। ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ, ਪੰਡਿਤ ਜੀ ਵੀ ਉੱਥੇ ਬੈਠੇ, ਭਾਈ ਪੈੜਾ ਜੀ ਵੀ ਆ ਗਏ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਮੈਨੂੰ ਇੱਕ ਦੱਸੋ ਗੱਲ ਪੰਡਿਤ ਜੀ, ਕਿ ਆ ਮੇਰੀ ਸਿੱਖੀ ਆ, ਜਿਹਨੂੰ ਸਿਰਫ ਮੈਂ 5 ਰੁਪਏ ਦਿੱਤੇ, ਨਾ ਇਹਨੇ ਗਿਲਾ ਕੀਤਾ ਕੋਈ। ਦੂਜੀ ਗੱਲ, ਇਹਨੇ ਕੋਈ ਲਗਨ ਨਹੀਂ ਸੋਧਿਆ, ਕੋਈ ਮਹੂਰਤ ਨਹੀਂ ਕੱਢਿਆ, ਕੋਈ ਟੇਵੇਂ ਨਹੀਂ ਰਲਾਏ, ਕੋਈ ਦਿਨ ਵਾਰ ਥਿਤ ਘੜੀ ਨਹੀਂ ਵੇਖੀ। ਬਸ ਇਹਨੇ ਗੁਰੂ ਨਾਨਕ ਦੇ ਘਰ ਦਾ ਥਾਪੜਾ ਵੇਖਿਆ ਤੇ ਰੱਬ ਦਾ ਭਰੋਸਾ ਵੇਖਿਆ ਤੇ ਮੈਦਾਨ ਨੂੰ ਫਤਿਹ ਕਰਕੇ ਆ ਗਿਆ। ਹੁਣ ਇਹ ਸੀ ਸਿੱਖਾਂ ਦੀ ਚੜ੍ਹਦੀ ਕਲਾ, ਜਿਹਨੂੰ ਗੁਰੂ ਨਾਨਕ ਨੇ ਤਿਆਰ ਕੀਤਾ। ਪਰ ਜਦੋਂ ਅਸੀਂ ਅੱਜ ਦੀ ਸਿੱਖੀ ਵੇਖਦੇ ਹਾਂ, ਅੱਜ ਦੀ ਸਿੱਖੀ ਪਿੱਪਲਾਂ ਦੀ ਪੂਜਾ, ਮੌਲੀਆਂ ਦੇ ਧਾਗੇ ਗੁੱਟਾਂ ਤੇ, ਤਵੀਤ ਪਾਲੇ ਅਸੀਂ ਗਲਾਂ ਵਿੱਚ, ਅਸੀਂ ਗਿੱਟਾਂ ਤੇ ਕਾਲੇ ਕਾਲੇ ਧਾਗੇ ਬੰਨ ਲਏ। ਮਾਫ ਕਰਿਓ, ਅੰਮ੍ਰਿਤ ਛਕ ਕੇ ਡੋਰੀਆਂ ਤੇ ਆ ਗਏ ਤੇ ਕਾਲੀਆਂ ਡੋਰੀਆਂ ਪਾ ਕੇ ਪੀਰਾਂ ਦੇ ਗੁੱਗੇ ਪੂਜਦੇ ਪਏ ਆ। ਸਾਡਾ ਕਿਰਦਾਰ ਇਹ ਨਹੀਂ ਸੀ, ਪਰ ਕਾਰਨ ਕੀ ਬਣਿਆ? ਅੱਜ ਤੁਸੀਂ ਬੜੇ ਅੰਮ੍ਰਿਤ ਧਾਰੀ ਵੇਖੋਗੇ, ਬੜੇ ਸਿਰ ਤੇ ਦਸਤਾਰਾ ਬਣ ਕੇ ਨਕੋਦਰ ਵਾਲੇ ਬਾਬੇ ਦੀ ਪੂਜਾ ਕਰਦੇ ਨੇ ਲੋਕ। ਕਿਉਂ? ਸਾਨੂੰ ਗੁਰੂ ਨਾਨਕ ਤੋਂ ਵੱਡੇ ਪੀਰ ਲੱਗਣ ਲੱਗ ਪਏ। ਕਿਉਂ? ਕਿ ਸਾਡੇ ਧਰਮ ਗ੍ਰੰਥਾਂ 'ਚ ਇਤਿਹਾਸ 'ਚ ਕਮੀ ਸੀ? ਬਿਲਕੁਲ ਨਹੀਂ। ਮਹਾਰਾਜ ਕਹਿੰਦੇ ਹਮ ਅੰਧੁਲੇ ਅੰਧ ਵਿਖੇ ਵਿਖਰਾਤੇ, ਅਸੀਂ ਧਰਮੀ ਹੋ ਕੇ ਵੀ ਅਧਰਮੀ ਰਹਿ ਗਏ। ਸਾਨੂੰ ਕੋਲ ਤਾਂ ਇੰਨਾ ਵੱਡਾ ਖਜ਼ਾਨਾ ਹੈ ਨਾ। ਹਰਪਾਲ ਸਿੰਘ ਪੰਨੂ ਨੂੰ ਸੁਣਿਓ ਕਦੇ, ਜੇ ਸਮਾਂ ਮਿਲੇ ਨਾ, YouTube ਤੇ ਉਹਨਾਂ ਦੇ ਬੜੇ ਕਲਿੱਪ ਆ, ਤੇ ਸਾਨੂੰ ਇਹ ਮਹਾਰਾਜ ਨੇ ਮਾਣ ਦਿੱਤਾ ਪੰਜਾਬੀ ਯੂਨੀਵਰਸਿਟੀ 'ਚ ਬਹਿ ਕੇ ਉਹਨਾਂ ਦੇ ਲੈਕਚਰ ਸੁਣੇ ਆਪਾਂ। ਉਹਨੇ ਇੱਕ ਗੱਲ ਕਹੀ ਸੀ ਸੰਗਤ ਜੀ, ਕਹਿੰਦੇ ਮੇਰੇ ਮਿੱਤਰ ਨੇ ਅਸਾਮ ਤੋਂ ਮੈਨੂੰ ਇੱਕ ਚਿੱਠੀ ਲਿਖੀ, ਤੇ ਉਸ ਚਿੱਠੀ ਵਿੱਚ ਉਹਨੇ ਮਹਾਤਮਾ ਬੁੱਧ ਨੂੰ ਕੋਟੇਸ਼ਨ ਦੇ ਕੇ ਤੇ ਗੁਰੂ ਨਾਨਕ ਤੇ ਆਇਆ।
ਕਹਿੰਦਾ ਇਸ ਧਰਤੀ ਦੇ ਉੱਤੇ ਮਹਾਤਮਾ ਬੁੱਧ ਜਦੋਂ ਆਇਆ ਸੀ ਉਹਨੇ ਹਿੰਦੁਸਤਾਨ ਦੇ ਪੂਰੇ ਰਾਸ਼ਟਰ ਨੂੰ ਮੰਗਤਾ ਬਣਾਤਾ ਸੀ। ਕਿਉਂਕਿ ਮਹਾਤਮਾ ਬੁੱਧ ਦੇ ਭਿਕਸ਼ੂ ਕਹਿੰਦੇ ਆ ਜਿਹੜੇ ਉਹਨਾਂ ਦੇ ਚੇਲੇ ਹੁੰਦੇ, ਤੇ ਭਿਕਸ਼ੂ ਦੇ ਅਰਥ ਹੁੰਦੇ ਨੇ ਠੂਠਾ ਫੜ ਕੇ ਮੰਗਣ ਵਾਲੇ। ਅਸ਼ੋਕ ਰਾਜੇ ਤੱਕ ਨੇ ਸੱਚ ਐਵੇਂ ਸਭ ਕੁਝ ਛੱਡ ਕੇ ਤੇ ਹੱਥ 'ਚ ਠੂਠਾ ਫੜ ਕੇ ਤੇ ਭਿਕਸ਼ੂ ਬਣ ਗਿਆ ਸੀ। ਗੋਪੀ ਚੰਦ ਭਗੀਰਥ ਵਰਗੇ ਮਹਾਰਾਜ ਸੱਚੇ ਉਹ ਜਿਹੜੀ ਗੱਲ ਕਹਿ ਰਹੇ ਧਿਆਨ ਨਾਲ ਸੁਣਿਓ ਤੇ ਮਾਣ ਕਰਿਓ। ਕਹਿੰਦਾ ਕਿ ਇਹ 2000 ਸਾਲ ਪਹਿਲਾਂ ਸਿਧਾਰਥ ਮਹਾਤਮਾ ਬੁੱਧ ਆਇਆ, ਉਹਨੇ ਹਿੰਦੁਸਤਾਨ ਦੇ ਰਾਸ਼ਟਰ ਨੂੰ ਮੰਗਤੇ ਬਣਾਤਾ। ਕਹਿੰਦਾ ਅੱਜ ਤੋਂ 500 ਸਾਲ ਬਾਬਾ ਨਾਨਕ ਆਇਆ, ਉਹਨੇ ਮੰਗਤਿਆਂ ਨੂੰ ਸਰਦਾਰ ਬਣਾ ਕੇ ਸਾਚੇ ਵਿੱਚ ਵੰਡਣ ਲਾਤਾ। ਤੇ ਅਸੀਂ ਅੱਜ ਜਿਸ ਬਾਬੇ ਨੇ ਸਾਡੇ ਕੋਲੋਂ ਠੂਠੇ ਛਡਾ ਕੇ ਸਾਨੂੰ ਵੰਡਣ ਵਾਲੇ ਬਣਾਇਆ, ਅਸੀਂ ਉਹਦੇ ਧਰਮ ਨੂੰ, ਉਹਦੀ ਮਰਿਆਦਾ ਨੂੰ ਕਿ ਕਿਉਂ ਚੱਲਿਆ ਗੁਰਚਾਲੀ। ਚਲੋ ਮਹਾਰਾਜ ਦੀ ਇਹ ਬਖਸ਼ਿਸ਼ ਹੈ, ਕਿੰਨੀ ਮਰਜ਼ੀ ਇਹਦਾ ਵਿਸਥਾਰ ਕਰੀ ਚਲੋ, ਪਰ ਗੁਰੂ ਸਾਹਿਬ ਜੀ ਕਹਿੰਦੇ ਆਓ ਆਪਾਂ ਮੁੜੀਏ। ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ। ਕੀ ਹੋਇਆ ਜੇ ਦੀਵੇ ਉਧਰ ਜਗਦੇ ਆ ਉਧਰ ਜਗਦੇ ਆ। ਮਹਾਰਾਜ ਕਹਿੰਦੇ ਹੁਣ ਸ਼ਬਦ ਦਾ ਦੀਵਾ ਜਗਾਈਏ, ਹੁਣ ਨਾਮ ਦਾ ਦੀਵਾ ਜਗਾਈਏ, ਸੱਚ ਦਾ ਦੀਵਾ ਜਗਾਈਏ, ਹੁਣ ਸਰਬੱਤ ਦੇ ਭਲੇ ਦਾ ਦੀਵਾ ਜਗਾਈਏ, ਸਿੱਖੀ ਦਾ ਦੀਵਾ ਜਗਾਈਏ। ਹੁਣ ਗੁਰੂ ਸਾਹਿਬ ਮਿਹਰ ਕਰੇ ਕਿ ਵਿਖੇ ਵਿਖਰਾਤੇ। ਚਲੋ ਪੰਕਤੀਆਂ ਨਹੀਂ ਹੁਣ ਇੰਨੀਆਂ, ਮਿੰਟ 4 ਬਾਕੀ। ਹਰ ਗੁਰੂ ਹਰਗੋਬਿੰਦ ਪਿਤਾ ਜੀ ਦੇ ਜੀਵਨ 'ਚ ਨਾ ਵੇਖੋ ਸੰਗਤ ਜੀ, ਜਦੋਂ ਮਾਇਆ ਸਿਰ ਤੇ ਚੜ੍ਹ ਜੇ ਨਾ ਬੰਦਾ ਕਿੰਨਾ ਨਖਿੱਧ ਹੋ ਜਾਂਦਾ। ਬਾਣੀ ਇਹ ਕਹਿ ਰਹੀ ਆ, ਦੇਵਾ ਨਾਮ ਦਾ ਇੱਕ ਪੰਡਿਤ ਹੋਇਆ ਜੇ, ਇਹ ਮਹਾਰਾਜ ਦੇ ਕੋਲ ਆਇਆ ਤੇ ਮਹਾਰਾਜ ਨੂੰ ਨਾ ਬੜਾ ਬੁਰਾ ਭਲਾ ਬੋਲੇ, ਬੜਾ ਸਖਤ ਬੋਲੇ, ਕਰਪਟ ਬੋਲੇ। ਪਰ ਮਹਾਰਾਜ ਨੇ ਨਾ ਬੜਾ ਹਲੀਮੀ 'ਚ ਆਪਣੇ ਆਪ ਨੂੰ ਰੱਖਿਆ, ਕੁਝ ਨਹੀਂ ਕਿਹਾ। ਉਹਦਾ ਇੱਕ ਕਾਰਨ ਪਤਾ ਕੀ ਸੀ? ਇਹ ਆਪਣੇ ਗਿਆਨ ਦੇ ਕਹਿ ਲੋ ਹਊਏ ਨਾਲ ਆਪਣੀ ਸਕੀ ਭੈਣ ਨਾਲ ਵਿਆਹ ਕਰਾ ਕੇ ਉਹਦੇ ਨਾਲ ਵਿਕਾਰ ਭੋਗਣਾ ਚਾਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਮ ਅੰਧੁਲੇ ਅੰਧ ਵਿਖੇ ਵਿਖਰਾਤੇ। ਕੋਈ ਵੀ ਹੋਵੇ, ਮੈਂ ਫਿਰ ਬੇਨਤੀ ਕੀਤੀ, ਭਾਵੇਂ ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ, ਬਜ਼ੁਰਗ ਹੈ, ਨੌਜਵਾਨ, ਬੱਚਾ ਹੈ, ਜਦੋਂ ਮਾਇਆ ਦੇ ਮੋਹ ਦੇ ਵਿੱਚ ਪੈ ਜਾਵੇ, ਪਦਾਰਥਾਂ ਦੇ ਜ਼ਹਿਰ 'ਚ ਪੈ ਜਾਵੇ ਤੇ ਅਗਿਆਨਤਾ ਦੀ ਪੱਟੀ ਅੱਖਾਂ ਤੇ ਬੰਨ੍ਹ ਲਵੇ, ਉਹਨੂੰ ਫਿਰ ਧਰਮ ਭੁੱਲ ਜਾਂਦਾ। ਉਹ ਧਰਮੀ ਹੋ ਕੇ ਕੁਝ ਵੀ ਕਰ ਸਕਦਾ। ਹੁਣ ਮਹਾਰਾਜ ਕਹਿੰਦੇ ਕਿਉਂ ਚਾਲੈ ਗੁਰ ਚਾਲੀ। ਤੇ ਗੁਰੂ ਦੀ ਚਾਲ ਹੈ ਕਿ ਕੁਰਬਾਨੀ ਤਿੰਨਾ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰਬ ਨਵੰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਸਾਧ ਸੰਗਤ ਚੱਲ ਕਰ ਜਾਂਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਮਨ ਮੇਲੀ ਕਰ ਮੇਲ ਕਰਨ ਦੇ। ਵੇਖੋ ਕੈਸੀ ਭਾਈ ਗੁਰਦਾਸ ਨੇ ਇੱਕ ਲਿਸਟ ਤਿਆਰ ਕੀਤੀ ਕਿ ਸਿੱਖ ਕੌਣ ਜਿਹੜਾ ਚਾਲ ਗੁਰੂ ਦੀ ਚੱਲਦਾ, ਉਹ ਅੰਮ੍ਰਿਤ ਵੇਲੇ ਉੱਠਦਾ, ਫਿਰ ਇਸ਼ਨਾਨ ਕਰਦਾ, ਫਿਰ ਨਾਮ ਜਪਦਾ ਘਰ ਦੇ ਵਿੱਚ, ਫਿਰ ਸੰਗਤ 'ਚ ਆਉਂਦਾ, ਇੱਥੇ ਆ ਕੇ ਬਾਣੀ ਸੁਣਦਾ ਤੇ ਬਾਣੀ ਸੁਣ ਕੇ ਇੱਕ ਦੂਜੇ ਨਾਲ ਵਿਤਕਰਾ ਨਹੀਂ ਕਰਦਾ, ਇਕੱਠੇ ਹੋ ਕੇ ਬਹਿ ਕੇ ਗੁਰੂ ਦੀਆਂ ਵਿਚਾਰਾਂ ਕਰਦੇ। ਕੁਰਬਾਨੀ ਤਿੰਨਾ ਗੁਰ ਸਿੱਖਾਂ ਭਾਉ ਭਗਤ ਗੁਰਪੁਰਬ ਕਰਨ ਦੇ। ਮਹਾਰਾਜ ਜੀ ਕਹਿੰਦੇ ਉਹਨਾਂ ਸਿੱਖਾਂ ਤੋਂ ਕੁਰਬਾਨ ਆ ਭਾਈ ਜਿਹੜੇ ਗੁਰੂ ਮਰਿਆਦਾ ਤੇ ਚੱਲਦੇ ਆ ਤੇ ਗੁਰਾਂ ਦੇ ਸਿੱਖਾਂ ਦੇ ਪੁਰਬ ਮਨਾਉਂਦੇ ਆ, ਦਿਹਾੜੇ ਮਨਾਉਂਦੇ। ਆਪ ਸੰਗਤ ਭਾਗਾਂ ਵਾਲੀ ਹੋ ਕਿ ਸੱਚ ਐਵੇਂ ਜਿਸ ਸੰਗਤ ਤੇ ਮਹਾਰਾਜ ਦੀ ਕਿਰਪਾ ਹੋਵੇ ਨਾ ਸੰਗਤ, ਉਹਨਾਂ ਨੂੰ ਗੁਰੂ ਦੀ ਬਾਣੀ ਪੜ੍ਹਨੀ, ਗੁਰੂ ਦੀ ਬਾਣੀ ਸੁਣਨੀ, ਗੁਰ ਸੰਗਤ, ਗੁਰੂ ਘਰ ਦੀ ਹਰ ਇੱਕ ਸ਼ੈ ਚੰਗੀ ਲੱਗਦੀ ਆ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਸਾਰਿਆਂ ਤੇ ਮਿਹਰਾਮਤ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖੇ। ਆਖਰੀ ਅਰਥ ਕਰਕੇ ਸਮਾਪਤੀ ਕਰੀਏ। ਜੋ ਗੁਰ ਕਹੈ ਸੋਈ ਭਲ ਮਾਨੋ। ਮਹਾਰਾਜ ਜੀ ਜੋ ਕਹਿ ਰਹੇ ਨੇ ਉਹਨੂੰ ਭਲਾ ਮੰਨੀਏ ਆਪਾਂ। ਹਰ ਹਰ ਕਥਾ ਨਿਰਾਲੀ, ਸੱਚ ਵੇ ਵਾਹਿਗੁਰੂ ਦੀ ਕਥਾ ਬਹੁਤ ਨਿਰਾਲੀ ਆ। ਤੇ ਜਿਹੜੇ ਗੁਰੂ ਦੇ ਬਚਨਾਂ ਤੇ ਤੁਰਦੇ ਆ ਉਹ ਖੁਦ ਵੀ ਨਿਰਾਲੇ ਹੋ ਜਾਂਦੇ, ਵੱਖਰੇ ਤਰੀਕੇ ਦਾ ਉਹਨਾਂ ਦਾ ਜੀਵਨ ਹੋ ਜਾਂਦਾ। ਰਹਾਓ ਹਰ ਕੇ ਸੰਤ ਸੁਨੋ ਜਨ ਭਾਈ। हे ਸੰਤ ਜਨੋ ਭਾਈ ਜਨੋ, ਗੁਰੂ ਰਾਮਦਾਸ ਜੀ ਕਹਿੰਦੇ ਇੱਕ ਗੱਲ ਸੁਣੋ, ਗੁਰ ਸੇਵਿਓ ਬੇਗ ਬਿਗਾਲੀ। ਗੁਰੂ ਨੂੰ ਚੇਤੇ ਕਰੋ ਤੇ ਛੇਤੀ ਛੇਤੀ ਚੇਤੇ ਕਰ ਲਓ। ਬੇਗ ਬਿਗਾਲੀ ਦਾ ਭਾਵ ਹੈ ਦੇਰੀ ਨਾ ਲਾਓ। ਕਿਉਂ? ਕਿਉਂਕਿ ਮੱਝ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਪਤਾ ਹੀ ਨਹੀਂ ਕਦੋਂ ਕੀ ਬਣ ਜਾਵੇ। ਸਤਿਗੁਰ ਸੇਵ ਖਰਚ ਹਰ ਬੰਦੋ। ਇਸ ਕਰਕੇ ਆਪਣੇ ਆਤਮਾ ਦੇ ਨਾਲ ਜ਼ਰੂਰ ਸੱਚ ਦੀ, ਨਾਮ ਦੀ, ਬਾਣੀ ਦੀ ਖਰਚੀ ਬਣੋ। ਮਤ ਜਾਣੋ ਆਜ ਕੇ ਕੱਲ੍ਹ ਹੀ, ਤੇ ਇਹ ਵਪਾਰ ਕਰਨ ਲਈ ਕਦੇ ਕੱਲ ਤੇ ਨਾ ਪਾਓ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੈ ਹਰ ਨਾਲੀ। ਜਿਹੜੇ ਸੰਤ ਜਨ
ਗੁਰਸਿੱਖ ਪਿਆਰੇ ਵਾਹਿਗੁਰੂ ਨੂੰ ਜਪਦੇ ਨੇ, ਵਾਹਿਗੁਰੂ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ। ਜਿਨ ਹਰ ਜਪਿਆ ਸੇ ਹਰ ਹੋਏ। ਫਿਰ ਜਿਹੜੇ ਜਪਦੇ ਆ ਉਹ ਵਾਹਿਗੁਰੂ ਜੀ ਵਰਗੇ ਬਣ ਜਾਂਦੇ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਏ। ਜਲ ਤੇ ਉਪੇ ਤਰੰਗ ਜੋ ਜਾਲੀ ਵਿਖੇ ਸਮਾਏ। ਹਰ ਮਿਲਿਆ ਕੇਲ ਕੇਲਾਲੀ, ਉਹਨਾਂ ਨੂੰ ਚੋਜੀ ਪ੍ਰਮਾਤਮਾ ਮਿਲ ਜਾਂਦਾ ਹੈ। ਹਰ ਹਰ ਜਪਣ ਜਪ ਲੋਚ ਲੁਚਾਨੀ। ਗੁਰੂ ਰਾਮਦਾਸ ਜੀ ਕਹਿੰਦੇ ਉਹ ਭਾਗਾਂ ਵਾਲੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ, ਵਾਹਿਗੁਰੂ ਨੂੰ ਜਪਣ ਦੀ, ਬਾਣੀ ਪੜ੍ਹਨ ਦੀ ਲੋਚਾ ਪੈਦਾ ਹੋ ਗਈ। ਹਰ ਕਿਰਪਾ ਕਰ ਬਨਵਾਲੀ, ਸਾਡੇ ਤੇ ਕਿਰਪਾ ਕਰੋ ਵਾਹਿਗੁਰੂ ਜੀ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਸਾਨੂੰ ਵੀ ਉਹਨਾਂ ਸਾਧੂਆਂ ਸੰਤਾਂ ਦੀ ਸੰਗਤ ਬਖਸ਼ੋ ਪਿਆਰਿਆਂ ਦੀ, ਜੋ ਆਪ ਜੀਆਂ ਦੀ ਚਰਨ ਧੂੜੀ ਰੋਜ਼ ਸਪਰਸ਼ ਕਰਦੇ ਨੇ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।